ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੈਨਲ ਗਿਆਨ ਕਾ ਸਾਗਰ ਸਾਰੀ ਸੰਗਤ ਦਾ ਧੰਨਵਾਦ ਕਰਦਾ ਹੈ। ਆਪਾਂ ਸਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹ ਦਾਤ, ਭਗਤ ਗੁਰੂ ਸਾਹਿਬਾਨਾਂ ਦੀ ਕਮਾਈ, ਇਹ ਆਪਾਂ ਪ੍ਰਾਪਤ ਕਰਨੀ ਹੈ। ਰਲ ਮਿਲ ਕੇ ਵਿਚਾਰ ਕੇ, ਧਰਮ ਵਿਚਾਰ ਦਾ ਵਿਸ਼ਾ ਹੈ। ਕੋਈ ਵੀ ਸਲਾਹ, ਕੋਈ ਵੀ ਕਮੀ ਵਿਚਾਰਨ ਵੇਲੇ ਹੋਵੇ ਸਾਡੇ ਵਿੱਚ ਤਾਂ ਸੰਗਤ ਨੇ ਉਹ ਵਿਚਾਰਨੀ ਹੈ, ਦੱਸਣੀ ਹੈ ਸਾਨੂੰ। ਆਪਾਂ ਰਲ ਮਿਲ ਕੇ ਇਹ ਕਮੀਆਂ ਦੂਰ ਕਰਨੀਆਂ ਨੇ। ਗੁਰੂ ਦੀ ਰਹਿਮਤ ਲੈਣੀ ਹੈ। ਕਿਰਪਾ ਕਰੇ ਤਾਂ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਫਿਰ ਕਿਤੇ ਆਪਾਂ ਆਪਦੇ ਘਰ ਪਹੁੰਚਣਾ ਹੈ। ਗੁਰੂ ਸ਼ਬਦ ਦੀ ਕਮਾਈ ਦੀ ਆਪਾਂ ਕਿਰਪਾ ਲੈਣੀ ਹੈ। ਕਿਰਪਾ ਤੋਂ ਬਿਨਾਂ ਇਹ ਸਮਝ ਨਹੀਂ ਆਉਂਦੀ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ, ਪੂਰਨ ਗਿਆਨ, ਪੂਰਨ ਕਿਰਪਾ ਆਪਾਂ ਇਹ ਪ੍ਰਾਪਤ ਕਰਨੀ ਆ ਭਾਈ। ਇੱਥੇ ਆਪਾਂ ਹੁਣ ਆਤਮਾ ਦਾ ਪ੍ਰਾਤਮਾ ਨਾਲ ਮਿਲਾਪ, ਜੋ ਸੋਈ ਮਹੱਲਾ ਚੌਥਾ ਦੇ ਵਿੱਚ ਲਾਵਾਂ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਾਂ ਨੂੰ ਦਿੱਤੀਆਂ ਨੇ, ਇਹ ਦਾਤ ਆਪਾਂ ਲੈਣੀ ਹੈ। ਜਿਵੇਂ ਆਪਾਂ ਬੱਚਿਆਂ ਦੇ ਵਿਆਹ ਵੇਲੇ ਚੰਗੀ ਤਰ੍ਹਾਂ ਘੋਖ ਕੇ, ਵਿਚਾਰ ਕੇ ਉਹ ਰਿਸ਼ਤੇ ਤੈਅ ਕਰਦੇ ਹਾਂ, ਤਸੱਲੀ ਹੁੰਦੀ ਆ, ਤਾਂ ਫਿਰ ਸਾਡਾ ਕਾਰਜ ਉਹ ਤੈਅ ਹੁੰਦਾ ਵਾ। ਇਵੇਂ ਪਹਿਲੀ ਲਾਮ ਹੈ, ਲਾਮ ਤੋਂ ਭਾਵ ਜੁੜਨਾ ਹੈ। ਪਹਿਲੀ ਲਾਮ ਜੁੜਨ ਤੋਂ ਬਾਅਦ ਫਿਰ ਦੂਜੀ, ਫਿਰ ਤੀਜੀ, ਫਿਰ ਚੌਥੀ ਜਾ ਕੇ ਇਹ ਲਾਵਾਂ ਬਣਦੀਆਂ ਨੇ। ਲਾਵਾਂ ਦਾ ਅਰਥ ਭਾਵ ਇੱਕ ਹੋ ਜਾਣਾ। ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਆਪਾਂ ਇਹਦੀ ਵਿਚਾਰ ਲਈਏ। ਗੁਰੂ ਸ਼ਬਦ ਦੀ ਕਮਾਈ, ਸੰਸਾਰ 'ਤੇ ਸਾਡਾ ਆਉਣਾ ਸਫਲ, ਗੁਰ ਕੀ ਚਰਨ ਬਾਣੀ ਨਾਲ ਜੁੜ ਕੇ ਹੋਣਾ ਵਾ। ਇਹ ਚਰਨ ਹੈ, ਇਹ ਆਤਮਾ ਨੇ, ਕਹਿ ਲਈਏ ਮਨ ਬੁੱਧੀ ਨੇ ਪ੍ਰਾਪਤ ਕਰਨੇ ਨੇ। ਇਹ ਚਾਰ ਗੁਣ ਨੇ: ਨਿਰਭਉ, ਭੈ ਤੋਂ ਰਹਿਤ, ਨਿਰਵੈਰ, ਸੰਸਾਰ ਦਾ ਵੈਰ ਵਿਰੋਧ ਖਤਮ, ਤੀਜਾ ਕਾਲ ਤੋਂ ਮੁਕਤ, ਚੌਥਾ ਹੈ ਅਜੂਨੀ। ਇਹ ਚਾਰ ਗੁਣਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ ਆਤਮਾ ਕਰਕੇ। ਜਿਵੇਂ ਆਪਾਂ ਧੀਆਂ ਦਾ ਵਿਆਹ ਕਰਦੇ ਹਾਂ, ਉਹ ਇੱਕ ਪਾਸਿਓਂ ਪਰਿਵਾਰ ਨੂੰ ਛੱਡਦੀਆਂ ਨੇ, ਦੂਏ ਪਰਿਵਾਰ ਨਾਲ ਜੁੜਦੀਆਂ ਨੇ। ਇਵੇਂ ਆਤਮਾ ਨੇ ਸੰਸਾਰ ਨੂੰ ਛੱਡ ਕੇ ਆਪਦੇ ਮੂਲ ਹਰ ਨਾਲ ਜੁੜਨਾ ਹੈ। ਇਹ ਆਪਾਂ ਵਿਚਾਰ ਸ਼ੁਰੂ ਕਰੀਏ। ਹਰ ਪਹਿਲੜੀ ਲਾਮ, ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ, ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਸਤਿਗੁਰ ਪੂਰਾ ਰਾਧੋ, ਸਭ ਕਿਲਵਿਕ ਪਾਪ ਗਵਾਇਆ। ਸਹਿਜ ਆਨੰਦ ਹੋਆ ਬੜ ਭਾਗੀ, ਮਨ ਹਰ ਮੀਠਾ ਲਾਇਆ। ਜਨ ਕਹੇ ਨਾਨਕ ਲਾਭ ਪਹਿਲੀ, ਆਰੰਭ ਕਾਜ ਵਿੱਚ ਆਇਆ। ਜਿਵੇਂ ਪਹਿਲੀ ਲਾਮ ਵੇਲੇ ਪਾਠੀ ਸਿੰਘ ਲਾਵਾਂ ਸ਼ੁਰੂ ਕਰਦੇ ਨੇ ਅਰਦਾਸ ਕਰਕੇ, ਅਤੇ ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਜਦੋਂ ਆਪਾਂ ਸ਼ੁਰੂ ਕੀਤਾ ਇਹ ਚੈਨਲ, ਸਾਰੀ ਸੰਗਤ ਦਾ ਧੰਨਵਾਦ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਵੀ ਦਾਤ ਤੇਰੀ ਦਤਾਰ, ਪਹਿਲਾਂ ਆਪਾਂ ਇਹਦੀ ਵਿਚਾਰ ਕੀਤੀ, ਉਸ ਤੋਂ ਬਾਅਦ ਆਪਾਂ ਅਰਦਾਸ ਕੀਤੀ। ਅਰਦਾਸ ਤੋਂ ਬਾਅਦ ਫਿਰ ਹੁਣ ਆਪਾਂ ਲਾਮ ਪਹਿਲੀ ਆਪਾਂ ਵਿਚਾਰਨੀ ਹੈ। ਆਪਣਾ ਵੀ ਮਿਲਾਪ ਹੋਵੇ। ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਬਿਧਾ ਅੰਤਰ ਮਰੇ। ਇਹ ਦੁਬਿਧਾ ਸੰਸਾਰ ਕਿਵੇਂ ਖਤਮ ਹੋ, ਆਤਮਾ ਆਵੇ ਪ੍ਰਾਤਮਾ 'ਚ ਕਿਵੇਂ ਲੈ ਹੋ। ਜਿਵੇਂ ਇੱਕ ਬੱਚੇ ਦਾ ਅਸੀਂ ਵਿਆਹ ਕਰਦੇ ਹਾਂ ਸਰੀਰ ਕਰਕੇ, ਇਹ ਆਤਮਾ ਦਾ ਪ੍ਰਾਤਮਾ ਨਾਲ ਮਿਲਾਪ ਹੋਣਾ, ਉਹ ਦੋ ਸਰੀਰਾਂ ਦਾ ਮੇਲ। ਸਤਿਗੁਰ ਸਮਝਾਉਂਦੇ ਨੇ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਹਰ ਨਾ
ਪਹਿਲ ਮੁਲਾਕਾਤ ਕਹਿ ਲਈਏ, ਸ਼ੁਰੂਆਤ ਕਹਿ ਲਈਏ। ਲਾਮ ਤੋਂ ਭਾਵ ਜੁੜ ਜਾਣਾ, ਪ੍ਰਵਿਰਤੀ ਬੁੱਧੀ ਦਾ ਬਦਲ ਜਾਣਾ, ਕਰਮ ਕਿਰਪਾ ਹੋ ਜਾਣੀ, ਦ੍ਰਿੜਾਇਆ ਦ੍ਰਿੜ ਕਰ ਲੈਣਾ, ਬਲਰਾਮ ਜੀਓ ਆਤਮਿਕ ਬਲ ਮਿਲ ਜਾਣਾ। ਫਿਰ ਇਹ ਰਾਮ ਜੀਓ ਭਾਵ ਆਪਦੇ ਮੂਲ ਨਾਲ ਜੁੜਦਾ ਹੈ। ਸੰਸਾਰ ਦਾ ਤਿਆਗ ਸ਼ੁਰੂ ਹੋ ਜਾਂਦਾ ਹੈ, ਠੀਕ ਜਿਵੇਂ ਉਹ ਬੱਚੇ ਜਿਨ੍ਹਾਂ ਦਾ ਵਿਆਹ ਹੁੰਦਾ ਹੈ, ਜੋ ਚੰਗੀ ਤਰ੍ਹਾਂ ਸਮਝ ਲੈਣ ਇਲਾਵਾਂ ਨੂੰ, ਤਾਂ ਉਹਨਾਂ ਦਾ ਜੀਵਨ ਵੀ ਸਫਲ ਹੋ ਸਕਦਾ ਹੈ। ਉਹ ਇਹ ਸਮਝ ਲੈਂਦੇ ਨੇ ਵੀ ਜੋ ਸਾਡਾ ਬਣਦਾ ਸੀ ਕੁਦਰਤ ਨੇ ਸਾਨੂੰ ਦਿੱਤਾ, ਉਹਦੇ 'ਚ ਫਿਰ ਗਿਆਨ ਤੋਂ ਬਾਅਦ ਜਿਵੇਂ ਸੰਤੋਖ ਪੈਦਾ ਹੁੰਦਾ ਹੈ, ਇਵੇਂ ਫਿਰ ਉਹ ਦੋਨੇ ਆਤਮਾ ਦਾ ਮਿਲਾਪ ਹੁੰਦਾ ਹੈ। ਆਤਮਾ ਔਰ ਪ੍ਰਾਤਮਾ ਦੇ ਵਿਚਾਲੇ ਜਿਹੜਾ ਭੇਦ ਹੈ, ਭਰਮ ਹੈ, ਅਗਿਆਨਤਾ ਹੈ, ਉਹ ਗੁਰ ਸ਼ਬਦ ਦੇ ਗਿਆਨ ਨਾਲ ਜਾਣੀ ਹੈ। ਠੀਕ ਉਵੇਂ ਹੀ ਜਿਵੇਂ ਉਹ ਧੀ ਨੇ ਆਪਣੀ ਨੇ ਉਹ ਘਰ ਛੱਡ ਕੇ ਇੱਕ ਪਰਿਵਾਰ ਛੱਡਣਾ, ਦੂਏ ਪਰਿਵਾਰ ਨਾਲ ਜੁੜਨਾ, ਫਿਰ ਉਹਨੂੰ ਸਮਝਣਾ, ਇਵੇਂ ਆਪਾਂ ਬਾਣੀ ਨੂੰ ਸਮਝਣਾ, ਬੁੱਧੀ ਦਾ ਬਦਲ ਜਾਣਾ, ਸੰਸਾਰ ਨਾਲੋਂ ਅਲੱਗ ਹੋ ਜਾਣਾ। ਇਹ ਪਹਿਲੜੀ ਲਾਮ ਹੈ। ਪਰ ਅਸੀਂ ਧਰਮ ਤਾਂ ਅਪਣਾ ਲੈਂਦੇ ਹਾਂ, ਜਿਵੇਂ ਉਹ ਬੱਚੇ ਵਿਆਹ ਕਰ ਲੈਂਦੇ ਆ, ਵਿਆਹ ਹੋ ਜਾਂਦਾ ਹੈ, ਪਰ ਅਸੀਂ ਆਤਮਾ ਤੋਂ ਕੋਰੇ ਰਹਿ ਜਾਂਦੇ। ਆਤਮ ਸਾਨੂੰ ਗਿਆਨ ਨਹੀਂ ਹੁੰਦਾ ਵੀ ਵਿਆਹ ਦਾ ਸੰਸਕਾਰ ਜਿਹੜਾ ਸਾਡਾ ਕਿੱਡਾ ਵੱਡਾ ਹੈ, ਉਹਦਾ ਮਹੱਤਵ ਸਾਡੇ ਜੀਵਨ 'ਚ ਕੁਛ ਨਹੀਂ ਰਹਿ ਜਾਂਦਾ। ਦੇਖਦੇ ਹਾਂ ਫਿਰ ਰਿਸ਼ਤਿਆਂ 'ਚ ਦਰਾਰ ਆ ਜਾਂਦੀ ਹੈ। ਸਾਰੀ ਉਮਰ ਰਹਿੰਦੇ ਹੋਏ ਵੀ ਇਕੱਠੇ ਤੀਵੀਂ ਆਦਮੀ ਬੁੱਧੀ ਕਰਕੇ ਇੱਕ ਨਹੀਂ ਹੋ ਪਾਉਂਦੇ। ਇਵੇਂ ਧਰਮ ਅਪਣਾਉਣ ਤੋਂ ਬਾਅਦ ਵੀ ਅਸੀਂ ਸਮਝ ਨਹੀਂ ਲੈਂਦੇ, ਕਿਉਂਕਿ ਸਾਡਾ ਜਿਹੜਾ ਵਿਸ਼ਾ ਹੁੰਦਾ ਉਹ ਮਾਇਆ ਦਾ। ਅਸੀਂ ਧਰਮ ਬਣਾਉਂਦੇ ਹਾਂ ਮਾਇਆ ਕਰਕੇ। ਨਹੀਂ, ਧਰਮ ਤਾਂ ਗਿਆਨ ਹੈ ਭਾਈ। ਸ਼ਬਦ 'ਚੋਂ ਜਿਹੜਾ ਗਿਆਨ ਪੈਦਾ ਹੁੰਦਾ ਉਹਨੂੰ ਬਾਣੀ ਵਿੱਚ ਧਰਮ ਕਿਹਾ ਗਿਆ। ਜੇ ਗਿਆਨ ਨਹੀਂ ਪੈਦਾ ਹੋ ਰਿਹਾ ਫਿਰ ਧਰਮ ਨਹੀਂ ਹੈਗਾ। ਸਾਡਾ ਗੁਰੂ ਨਾਲ ਮਿਲਾਪ ਹੀ ਨਹੀਂ ਹੋ ਰਿਹਾ। ਗੁਰ ਸ਼ਬਦ ਨਾਲ ਗੁਰ ਮੇਰੇ ਸੰਗ ਜਦਾ ਸਦਾ ਹੈ ਨਾਲੇ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਉਹ ਸਾਡੀ ਵਿਧੀ ਹੀ ਨਹੀਂ ਪ੍ਰਾਪਤ ਹੋ ਰਹੀ, ਅਤੇ ਫਿਰ ਲਾਮ ਕਿਵੇਂ ਹੋਊਗੀ ਭਾਈ? ਸਰੀਰ ਕਰਕੇ ਤਾਂ ਲਾਮ ਪਾਠੀ ਸਿੰਘ ਨੇ ਬੋਲੀ, ਔਰ ਪ੍ਰਕਰਮਾਂ ਤੋਂ ਬਾਅਦ ਇੱਕ ਲਾਮ ਪੂਰੀ ਹੋ ਗਈ। ਪਰ ਇੱਥੇ ਤਾਂ ਅਸੀਂ ਹਾਲੇ ਸਰੀਰ ਨਾਲ ਹੀ ਜੁੜੇ ਹੋਏ ਹਾਂ। ਫਿਰ ਉਹਦੀ ਖਾਤਰ ਸਾਨੂੰ ਕੀ ਕਰਨਾ ਚਾਹੀਦਾ ਹੈ? ਅੱਗੇ ਸਤਿਗੁਰ ਸਮਝਾਉਂਦੇ ਆ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਬਾਣੀ ਬ੍ਰਹਮ ਹੈ, ਵੇਦ ਤੋਂ ਭਾਵ ਗਿਆਨ। ਇਹ ਧਰਮ ਆਪਾਂ ਦ੍ਰਿੜ ਕਰਨਾ ਹੈ, ਗਿਆਨ ਲੈਣਾ ਹੈ। ਪਾਪ ਤਜਾਇਆ, ਜਿਵੇਂ ਜਿਵੇਂ ਗਿਆਨ ਵੱਧਦਾ ਚਲਿਆ ਜਾਂਦਾ ਹੈ, ਮਨ ਬੁੱਧੀ ਹੁਕਮ ਦਾ ਵਿਰੋਧ ਛੱਡ ਦਿੰਦੇ ਨੇ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੀ ਬੁਝੇ ਤਾਂ ਹਉਮੈ ਕਹੇ ਨਾ ਕੋਈ। ਪਾਪ ਤੋਂ ਭਾਵ ਹਉਮੈ, ਸਾਡੇ ਅੰਦਰ ਇੱਛਾ ਪੈਦਾ ਹੁੰਦੀਆਂ ਨੇ ਬੁਰਾਈਆਂ, ਫਿਰ ਗਿਆਨ ਤੋਂ ਬਾਅਦ ਉਹ ਚਲੀਆਂ ਜਾਂਦੀਆਂ ਨੇ। ਆਤਮ ਗਿਆਨ ਸਾਨੂੰ ਹੋ ਜਾਂਦਾ ਹੈ, ਆਤਮਿਕ ਬਲ ਮਿਲ ਜਾਂਦਾ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਧਰਮ ਦ੍ਰਿੜੋ ਹਰ ਨਾਮ ਧਿਆਵੋ ਸਿਮਰਤ ਨਾਮ ਦ੍ਰਿੜਾਇਆ। ਫਿਰ ਸਿਮਰਤ ਤੋਂ ਭਾਵ ਯਾਦ ਧਿਆਨ ਲੱਗਿਆ ਰਹਿਣਾ ਹਰ ਨਾਮ ਨਾਲ। ਇਹ ਹਰ ਕਥਾ ਹੈ ਬਾਣੀ ਭਾਈ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਨਾਮ ਸੁਣਦੇ ਵਿਚਾਰਦੇ ਸਾਡਾ ਦੁੱਖ ਦੂਰ ਹੋ ਜਾਂਦਾ ਹੈ। ਸੁਣੀਏ ਦੁੱਖ ਪਾਪ ਕਾ ਨਾਚ। ਇਹ ਆਪਾਂ ਦ੍ਰਿੜ ਕਰਨਾ ਹੈ। ਹਰ ਨਾਮ ਮਿਲਾਪ ਹੋਣਾ ਹੈ ਆਤਮਾ ਦਾ। ਜਿਵੇਂ ਦੋ ਸਰੀਰਾਂ ਦਾ ਮਿਲਾਪ ਹੋਣਾ, ਇਵੇਂ ਆਤਮਾ ਅਤੇ ਪ੍ਰਾਤਮਾ ਦਾ ਮਿਲਾਪ ਹੋਣਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਸਤਿਗੁਰ ਪੂਰਾ ਰਾਧੋ ਸਭ ਕਿਲਵੇ ਪਾਪ ਗਵਾਇਆ। ਸਹਿਜ ਆਨੰਦ ਹੋਆ ਬੜ ਭਾਗੀ, ਮਨ ਹਰ ਮੀਠਾ ਲਾਇਆ। ਫਿਰ ਬੁੱਧੀ ਨੂੰ ਜਦੋਂ ਗਿਆਨ ਹੁੰਦਾ ਹੈ, ਫਿਰ ਬਾਣੀ ਮਿੱਠੀ ਲੱਗਦੀ ਹੈ। ਗੁਰ ਸ਼ਬਦ ਦਾ ਗਿਆਨ ਮਿੱਠਾ ਲੱਗਦਾ। ਕਹੋ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਡੀਠਾ। ਸਰਬ ਨਿਰੰਜਨ ਦਾ ਫਿਰ ਦਰਸ਼ਨ ਹੁੰਦਾ ਹੈ। ਜਿਵੇਂ ਆਪਣੀ ਪਹਿਲੀ ਲਾਮ ਪਾਠੀ ਬੋਲਦੇ ਨੇ, ਪੂਰੀ ਹੋ ਜਾਂਦੀ ਹੈ ਪ੍ਰਕਰਮਾਂ ਤੋਂ ਬਾਅਦ। ਸਹਿਜ ਦੇ ਵਿੱਚ ਆਪਾਂ ਜਾਣਾ ਹੈ ਆਤਮਾ ਕਰਕੇ। ਸਹਿਜ ਆਨੰਦ ਹੋਆ ਬੜ ਭਾਗੀ, ਮਨ ਹਰ ਮੀਠਾ ਲਾਇਆ। ਜਨ ਕਹੇ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ। ਕਾਜ ਸ਼ੁਰੂ ਹੋ ਗਿਆ ਆਪਣਾ। ਜੇ ਅਸੀਂ ਗੁਰ ਸ਼ਬਦ ਦੀ ਵਿਚਾਰ ਕਰ ਰਹੇ ਹਾਂ, ਬਾਣੀ ਨਾਲ ਜੁੜੇ ਰਹੇ ਹਾਂ,
ਉਹ ਬਾਡੀ ਨਾਲ ਜੁੜ ਰਹੇ ਹਾਂ, ਵੱਧ ਰਹੇ ਹਾਂ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਵੇ ਕੰਮ, ਅੱਗੇ ਆਤਮਾ ਕਰਕੇ ਕੰਮ ਆਉਣਾ। ਗਿਆਨ ਹਰਨਾਮ ਇਹ ਸਾਡੇ ਨਾਲ ਜਾਣਾ। ਸੰਸਾਰ 'ਚੋਂ ਕੋਈ ਵੀ ਚੀਜ਼ ਸਾਡੇ ਨਾਲ ਨਹੀਂ ਜਾਂਦੀ। ਛਿਨਵੇਂ ਕੌੜੇ ਹੋਏ ਜਿਤਨੇ ਮਾਇਆ ਭੋਗ, ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ, ਸਾਈਂ ਵਾਜੋਂ ਆਪਣੇ ਵੇਦਨ ਕਹੀਏ ਕਿਸ। ਫਿਰ ਕਿਹਨੂੰ ਕਹਾਂਗੇ ਭਾਈ। ਇਹ ਆਪਣੀ ਪਹਿਲੀ ਲਾਮ ਹੈ। ਆਤਮਾ ਕਰਕੇ ਜਿਵੇਂ ਪਾਠੀ ਸਿੰਘ ਬੋਲਦੇ ਨੇ, ਇਵੇਂ ਆਪਾਂ ਇਹ ਗੁਰਸ਼ਬਦ ਨਾਲ ਜੁੜਨਾ ਹੈ, ਗੁਰਸ਼ਬਦ ਦਾ ਗਿਆਨ ਲੈਣਾ, ਇਹ ਕਿਰਪਾ ਲੈਣੀ ਹੈ। ਇੱਥੇ ਪਹਿਲੀ ਲਾਮ ਹੋ ਗਈ। ਦੂਜੀ ਲਾਮ ਦੂਏ ਪਾਠ ਦੇ ਵਿੱਚ ਵਿਚਾਰਾਂਗੇ। ਚਾਰੇ ਲਾਵਾਂ ਆਪਾਂ 4 ਪਾਠ ਬਣਾਵਾਂਗੇ। ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ। ਜੇ ਆਪਾਂ ਗੁਰਸ਼ਬਦ ਦੇ ਗਿਆਨ ਨੂੰ ਦ੍ਰਿੜ ਕਰਾਂਗੇ, ਧਰਮ ਨੂੰ, ਇਹੀ ਤਾਂ ਧਰਮ ਹੈ ਆਤਮਾ ਦਾ। ਇਹ ਦਾਤ ਹੈ ਗੁਰੂ ਭਗਤ ਸਾਹਿਬਾਨਾਂ ਦੀ ਸੰਸਾਰ ਨੂੰ। ਅੱਜ ਸੰਸਾਰ ਉਹਦੇ ਉੱਪਰ ਤਿੰਨਾਂ ਪਿੱਛੇ ਖਾਏ ਘਨੇਰੀ ਲੋਕ, ਘਨੇਰੀਆਂ ਆਤਮਾ ਗੁਰਸ਼ਬਦ ਦਾ ਗਿਆਨ ਲੈ ਕੇ ਇੱਕਮਿਕ ਹੋ ਕੇ ਪਿੱਛੇ ਤੋਂ ਚੱਲਦਾ ਹੀ ਆਇਆ, ਹੁਣ ਵੀ ਚੱਲਦਾ ਹੀ ਰਹੂਗਾ ਜਦ ਤੱਕ ਸੰਸਾਰ ਰਹੂਗਾ। ਆਪਦੇ ਘਰ ਪਹੁੰਚਦੀਆਂ ਨੇ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ। ਆਪਾਂ ਵੀ ਪ੍ਰਾਪਤੀ ਕਰਨੀ ਹੈ। ਪਹਿਲੜੀ ਲਾਮ ਇੱਥੇ ਆਪਾਂ ਸਮਾਪਤ ਕਰਦੇ ਹਾਂ। ਜਿਵੇਂ ਜਿਵੇਂ ਗਿਆਨ ਵੱਧਦਾ ਚੱਲਿਆ ਜਾਂਦਾ ਹੈ, ਸੰਸਾਰ ਨਾਲੋਂ ਅਸੀਂ ਮੋਹ ਮਾਇਆ ਤੋਂ ਮੁਕਤ ਹੋਈ ਜਾਂਦੇ ਹਾਂ। ਪਰ ਆਪਣੀ ਮੱਤ ਨਾਲ ਨਹੀਂ, ਗੁਰ ਕੀ ਮੱਤ ਨਾਲ। ਇਹ ਗੁਰ ਕੀ ਮੱਤ ਹੈ, ਗਿਆਨ ਮੱਤ ਹੈ, ਇਹ ਆਪਾਂ ਲੈਣੀ ਹੈ। ਗੁਰ ਕੀ ਮੱਤ ਤੁਲੇ ਹੋਏ ਆਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਜਿਹੜੇ ਸਿਆਣੇ ਬਣ ਗਏ, ਗੁਰੂ ਤੋਂ ਵੱਡੇ ਬਣ ਗਏ, ਡੁੱਬ ਜਾਣਗੇ, ਕਾਲ ਉਹਨਾਂ ਨੂੰ ਫਿਰ ਲੈ ਜਾਊ। ਆਪਾਂ ਇਹ ਗਲਤੀ ਨਹੀਂ ਕਰਨੀ। ਆਪਾਂ ਫਿਰ ਇਹ ਵਿਚਾਰ ਕਰਦੇ ਹਾਂ, ਭੁੱਲ ਮੰਨਦੇ ਹਾਂ ਵਿਚਾਰ ਵੇਲੇ। ਬਾਣੀ ਵਿੱਚ ਭੁੱਲ ਚੁੱਕ ਮਾਫ ਹੈ। ਕੋਈ ਵੀ ਸੰਗਤ ਸਾਨੂੰ ਸਲਾਹ ਦਿੰਦੀ ਹੈ, ਕੋਈ ਵੀ ਸੋਧ ਕਰਨੀ ਹੋਵੇ, ਕੋਈ ਵਿਚਾਰ ਕਰਨੀ ਹੋਵੇ, ਕੋਈ ਕਮੀ ਰਹੇ, ਉਹਦੇ ਬਾਰੇ ਸਾਨੂੰ ਦੱਸਣਾ, ਮੈਸੇਜ ਕਰਨਾ, ਅਤੇ ਆਪਾਂ ਰਲ ਮਿਲ ਕੇ ਜਿਹੜਾ ਕਾਰਜ ਸਿਰੇ ਚੜਾਉਣਾ ਆਪਣਾ। ਔਰ ਜਿਹੜੀ ਸੰਗਤ ਜੁੜੂਗੀ ਉਹਦਾ ਕਾਰਜ ਸਿਰੇ ਨਾ ਚੜ੍ਹੇ ਕਦੇ ਵੀ ਨਹੀਂ ਹੋ ਸਕਦਾ। ਚੌਂ ਭਰਨਾ ਕੋ ਉਪਦੇਸ਼ ਸਾਂਝਾ, ਜੋ ਜੋ ਜਪੇ ਤਿਸ ਕੀ ਗਤ ਹੋਏ। ਸੁਣ ਬੜ ਭਾਗੀਆ ਹਰ ਅੰਮ੍ਰਿਤ ਬਾਣੀ ਰਾਹ। ਇਹ ਸੁਣਨੀ ਹੈ ਭਾਈ। ਵੱਡੇ ਭਾਗਾਂ ਵਾਲੇ ਨੇ ਜਿਹੜੇ ਸੁਣਨਗੇ। ਸੁਣਨ ਦੀ ਵਿਧੀ ਆਇਓ ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲਗ ਲਾਲਚ ਅਨਬਿਰਥਾ ਜਨਮ ਪੁਰਾਣੀ। ਜੀਵਨ ਐਵੇਂ ਨਾ ਚੱਲਿਆ ਜਾਵੇ ਆਪਣੀ ਵੀ ਲਾਮ ਸ਼ੁਰੂ ਹੋਵੇ। ਜਿਵੇਂ ਸੰਸਾਰ 'ਚ ਵਿਆਹ ਹੁੰਦੇ ਆ ਧੀਆਂ ਪੁੱਤਾਂ ਦੇ, ਆਪਣਾ ਵੀ ਵਿਕਾਸ ਸ਼ੁਰੂ ਹੋਵੇ। ਇਹ ਆਪਾਂ ਪ੍ਰਾਪਤੀ ਕਰਨੀ ਹੈ। ਇੱਥੇ ਆਪਾਂ ਇਹਦੀ ਸਮਾਪਤੀ ਕਰਦੇ ਹਾਂ। ਦੂਜੀ ਲਾਮ ਆਪਾਂ ਅੱਗੇ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।